ਵਾਹਿਗੁਰੂ ਜੀ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜੇ। रूप रंग अर रेख पेख, को कह न सकत के। अचल मूरत अनभो प्रकाश, अमतोज कहिजै। कोट इंद्र इंद्रान, साहे साहन गणिजै। त्रिभुवन महीप, सुर नर असुर, नेत नेत बन तृण कहतो। तब सर्ब नाम कथै कमन, कर्म नाम वर्णत सुमत। सगल द्वार को छाड़ के, गयो तुहारो द्वार। बाहें गहे की लाज असु, गोबिंदास तुहार। जुग हो जुग अटल, शब्दा अवतार। चवर तख्त दे मालक, दीन दुनिया दे मालक। साहिब कमाल, सर्व कला समर्थ, संपूर्ण गुरु। धन धन श्री गुरु ग्रंथ साहिब महाराज जी की पावन और पवित्र हजूरी विच निगमान रही गुरु प्यारी गुरु सवारी साध संगत जीओ। कुछ पल उस परमेश्वर की रब्बी बाणी दे विचार करन दे मिले हैं। असीं तुसीं वडभागे हाँ। चंगिया कर्मां तो बिना, चंगिया भागां तो बिना सत संगत की प्राप्ति नहीं होंदी। जदों पूर्वले कर्म जागदे ने तो फिर परमेश्वर सीधी आवाज़ मारदा है, आ मेरे दर च, आ मेरी गोद दा निघा आनंद लै। हज़ारां सैकड़े लखां लोग समाजक क्रियावां दे विच उलझे हुए ने। वो भी जरूरी है, किरत है, पर इन्ना जाना उलझ जाना कि अध्यात्मक तौर पर जिहड़ा साडी प्रक्रिया है उहदे वल ध्यान ना देना। हरेक चीज़ का बैलेंस है, जे अनबैलेंस हो जाए ना असीं सैटिस्फाई नहीं होंदे। असीं कह दिंदे ना बई आ चीज़ इदां नहीं, इदां होनी चाहिए, पूरा तोल होना चाहिए। तो फिर असी अपनी जिंदगी का तोल कदों करना? जदों बीत जाएंगे। बीत जह जन्म अकाज रे। समा तो बीत्या जा रहा है, इन्हें बीतता जाना है। पल पल छिन छिन औत घटता है, ये घटती जा रही है। गुरबाणी हर गल ते सानू चोट मार रही है। बंदिया समझ जा, मूर्ख निलाज रे। समझ कदों समझेगा? अजू ना समझत। सो कहण तो भाव जिथे साडे समाजिक कामकार ने, राजनीतिक कामकार ने, आर्थिक कामकार ने, उथे अध्यात्मक भी जरूरी है। शरीर की भुख मिटाने वास्ते असी भोजन करते हैं, ग्रहण करते हैं 3-3 टाइम। एक टाइम ना मिले तो लाले पै जाते हैं, भुख लगी है। पर जिहड़ी आत्मा किन्ने ही जन्मां तो विछड़ी हुई है उस परमेश्वर तो, उहदी भुख नाम दे नाल मिटनी है, कथा कीर्तन दे नाल मिटनी है, विचार दे नाल मिटनी है, चंगे कर्मां दे नाल मिटनी है। उधर साडा ध्यान नहीं। सो जिन्ने भी शरीर बैठे हैं, तुहाडे बहुत ही चंगे भाग हैं। चंगे भागां की निशानी है, तां सतगुरु आवाज़ मारते हैं तो असी उन्होंने गोद में बैठते हाँ। गल्लां तां मुकनियां नहीं साध संगत, शरीर मुक जाने हैं, गल्लां नहीं मुकनियां संसार दियां।
ਗੁਰੂ ਘਰ ਦੇ ਵਿੱਚ ਆ ਕੇ ਵੀ ਜੇ ਅਸੀਂ ਗੱਲਾਂ ਹੀ ਕਰਨੀਆਂ ਨੇ, ਫਿਰ ਗੁਰੂ ਘਰ ਆਉਣ ਦਾ ਕੀ ਫਾਇਦਾ, ਕੀ ਲਾਭ? ਇੱਥੋਂ ਤੋਂ ਅਸੀਂ ਉਹ ਪਰਮੇਸ਼ਰ ਦੀਆਂ ਦਾਤਾਂ, ਉਹਦੀਆਂ ਖੁਸ਼ੀਆਂ, ਉਹਦੀਆਂ ਰਹਿਮਤਾਂ ਲੈ ਕੇ ਜਾਣੀਆਂ ਨੇ। ਮਾਫ ਕਰਨਾ, ਪਰ ਅਸੀਂ ਰਹਿਮਤਾਂ ਕਿੱਥੇ ਲੈ ਕੇ ਜਾਂਦੇ? ਅਸੀਂ ਤੇ ਲਾਹਨਤਾਂ ਲੈ ਕੇ ਜਾਂਦੇ ਇੱਕ ਦੂਸਰੇ ਦੀਆਂ ਗੱਲਾਂ ਕਰਕੇ। ਸੋ ਉਹੀ ਚੀਜ਼ ਤੂੰ ਗੁਰੇਜ਼ ਕਰਕੇ ਜਿੰਨਾ ਵੀ ਸਮਾਂ ਸਾਨੂੰ ਪਰਮੇਸ਼ਰ ਦੀ ਬੰਦਗੀ ਦਾ ਮਿਲਦਾ, ਇੱਕ ਰਸ ਇੱਕ ਹੋ ਕੇ ਗੁਰੂ ਦੇ ਚਰਨਾਂ 'ਚ ਬੈਠ ਕੇ ਸਵਰਨ ਕਰਨਾ ਚਾਹੀਦਾ। ਸੋ ਗੁਰਦੁਆਰਾ ਸਿੱਖ ਸੈਂਟਰ ਸੈਨ ਐਂਟੋਨੀਓ ਦੀ ਮੈਨੇਜਮੈਂਟ ਵੱਲੋਂ ਤੇ ਪਿਆਰੀਆਂ ਸੰਗਤਾਂ ਵੱਲੋਂ ਜਿਹੜੇ ਸਰੋਤੇ ਜਨ ਹਨ, ਉਹਨਾਂ ਨੇ ਦਾਸ ਨੂੰ ਹੁਕਮ ਕੀਤਾ ਕਿ ਆਪ ਜੀ ਭਗਤ ਸ਼ੇਖ ਫਰੀਦ ਦੇ ਸ਼ਲੋਕਾਂ ਦੀ ਕਥਾ ਸ਼ੁਰੂ ਕਰੋ, ਤਾਂ ਜੋ ਸਾਨੂੰ ਗੁਰਬਾਣੀ ਦੀ ਸਮਝ ਪੈ ਸਕੇ। ਪੂਰੀ ਕਾਇਨਾਤ ਦੇ ਬਾਦਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਨੰਤ ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗਵਈਆਂ ਦੀ ਬਾਣੀ, ਗੁਰੂ ਸਾਹਿਬਾਨਾਂ ਦੀ ਬਾਣੀ ਇਕੱਤਰ ਕੀਤੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ। ਫਿਰ ਦਸਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸੰਚਿਤ ਕਰਕੇ ਇੱਕ ਸੰਪੂਰਨ ਬੀੜ ਤਿਆਰ ਕੀਤੀ ਤੇ ਕਿਹਾ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੀ, ਜਿੱਥੇ ਭਗਤ ਰਵਿਦਾਸ ਜੀ ਬੈਠੇ ਹਨ, ਕਬੀਰ ਜੀ ਬੈਠੇ ਹਨ, ਭਗਤ ਸੈਣ ਜੀ ਬੈਠੇ ਹਨ, ਭਗਤ ਧੰਨਾ ਜੀ ਬੈਠੇ ਹਨ, ਰਾਮਾਨੰਦ ਜੀ ਬੈਠੇ ਹਨ, ਭਗਤ ਨਾਮਦੇਵ ਜੀ ਬੈਠੇ ਹਨ, ਉੱਥੇ ਅਨੰਦ ਭਗਤ ਸ਼ੇਖ ਫਰੀਦ ਜੀ ਵੀ ਬੈਠੇ ਨੇ। ਭਗਤ ਸ਼ੇਖ ਫਰੀਦ ਜੀ ਦੀ ਕਥਾ ਗੁਰਬਾਣੀ ਦੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਉਹਨਾਂ ਦੇ ਜੀਵਨ ਬਾਰੇ ਝਾਤੀ ਜ਼ਰੂਰ ਮਾਰਾਂਗੇ। ਸਾਨੂੰ ਪਤਾ ਹੋਣਾ ਚਾਹੀਦਾ ਕਿ ਭਗਤ ਸ਼ੇਖ ਫਰੀਦ ਜੀ ਨੇ ਕਿਸ ਪ੍ਰਕਾਰ ਉਸ ਕਰਤੇ ਨੂੰ ਪਾਇਆ। ਦਰਸ਼ਨ ਕੀਤੇ ਦਰਸ਼ਨ ਦੇਖ ਜਿਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਭਾਰਤ ਖੰਡ ਦੀ ਧਰਤੀ ਤੇ ਸਮੇਂ-ਸਮੇਂ ਦੇ ਨਾਲ ਧਰਮ ਆਏ, ਤਬਦੀਲੀਆਂ ਆਉਂਦੀਆਂ ਰਹੀਆਂ। ਇੱਥੇ ਇਹ ਬ੍ਰਹਿਮੰਡ ਹੈ, ਸੰਸਾਰ ਸਾਰਾ ਇਹ ਪਰਿਵਰਤਨਸ਼ੀਲ ਹੈ, ਇਹ ਚੱਲਦਾ ਰਹਿੰਦਾ, ਰੋਜ਼ ਬਦਲਦਾ ਰਹਿੰਦਾ। ਜਿਵੇਂ ਸੂਰਜ ਪ੍ਰਕਾਸ਼ ਕਰਦਾ ਹੈ ਧਰਤੀ ਤੇ, ਸਾਰੀ ਧਰਤੀ ਚਾਨਣ ਦੇ ਨਾਲ ਪ੍ਰਕਾਸ਼ਮਾਨ ਹੋ ਜਾਂਦੀ ਹੈ, ਪਰ ਕੁਝ ਸਮੇਂ ਲਈ ਕੁਝ ਬਦਲੀਆਂ, ਕੁਝ ਬੱਦਲ ਉਹਦੇ ਅੱਗੇ ਆ ਜਾਂਦੇ ਨੇ ਤੇ ਹਨੇਰਾ ਜਿਹਾ ਕਰ ਦਿੰਦੇ ਆ। ਸੰਪੂਰਨ ਤੌਰ ਤੇ ਪ੍ਰਕਾਸ਼ ਧਰਤੀ ਤੇ ਨਹੀਂ ਜਾਂਦਾ। ਇਨ ਬਿਨ ਅਧਿਆਤਮਿਕ ਤੌਰ ਤੇ ਜੇ ਆਪਾਂ ਸੂਰਜ ਰੂਪੀ ਪ੍ਰਕਾਸ਼ ਪਰਮੇਸ਼ਰ ਨੂੰ ਮੰਨ ਲਈਏ, ਉਹ ਪ੍ਰਕਾਸ਼ ਕਰ ਰਿਹਾ, ਪਰ ਅਸੀਂ ਅਲਪੱਗ ਜੀਵ ਅਗਿਆਨਤਾ ਦੇ ਅੰਧੇਰੇ ਵਿੱਚ ਇੰਨੇ ਖੁੱਭ ਜਾਂਦੇ ਹਾਂ ਕਿ ਉਸ ਪ੍ਰਕਾਸ਼ਮਾਨ ਵਸਤੂ ਨੂੰ ਅਸੀਂ ਦੇਖ ਨਹੀਂ ਪਾਉਂਦੇ। ਸਾਡੀਆਂ ਅੱਖਾਂ ਦੇ ਵਿੱਚ ਉਹ ਤਾਕਤ ਨਹੀਂ ਰਹਿੰਦੀ, ਚਾਹੇ ਉਹ ਸਾਹਮਣੇ ਖੜਾ ਹੋਵੇ। ਸ਼ੀਸ਼ਾ ਲੱਗਾ ਹੈ, ਸਾਨੂੰ ਸਾਰਾ ਕੁਝ ਦਿਖ ਰਿਹਾ। ਇੱਕ ਪਰਦਾ ਕਰ ਦਿਓ, ਇੱਕ ਪਰਦਾ ਹੀ ਆ ਬਸ, ਜਿਹੜਾ ਸਾਨੂੰ ਆਰ ਪਾਰ ਦੇਖਣ ਨਹੀਂ ਦੇ ਰਿਹਾ। ਉਹ ਅਗਿਆਨਤਾ ਦਾ ਪਰਦਾ ਜਦੋਂ ਮਿਟ ਗਿਆ ਤੇ ਉਹ ਪ੍ਰਕਾਸ਼ਮਾਨ ਹੋ ਗਿਆ। ਇੱਦਾਂ ਹੀ ਆਤਮਾ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਸੀ ਪਰਮੇਸ਼ਰ ਦਾ। ਸਮੇਂ-ਸਮੇਂ ਦੇ ਉੱਪਰ ਕਲਯੁਗ ਆਪਣਾ ਪ੍ਰਭਾਵ ਪਾਉਂਦਾ ਰਿਹਾ ਤੇ ਆਮ ਜਨਤਾ, ਆਮ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਖੁੱਭ ਗਏ, ਦੇਹਧਾਰੀਆਂ ਦੇ ਗੁਰੂਆਂ ਦੇ ਪਿੱਛੇ, ਪਖੰਡ ਬ੍ਰਾਹਮਣਵਾਦ ਦੇ ਪਿੱਛੇ ਲੱਗ ਗਏ ਤੇ ਲੱਗ ਰਹੇ ਹਨ। ਇਸੇ ਕਰਕੇ ਬੁੱਧ ਮਤ ਨੇ ਜਨਮ ਲਿਆ ਅਗਿਆਨਤਾ ਦਾ ਅੰਧੇਰਾ ਖਤਮ ਕਰਨ ਲਈ। ਜੈਨ ਮਤ ਨੇ ਜਨਮ ਲਿਆ, ਈਸਾਈ ਮਤ ਨੇ ਜਨਮ ਲਿਆ, ਸਿੱਖ ਮਤ ਨੇ ਵੀ ਜਨਮ ਲਿਆ। ਕਿਉਂ ਕਿ ਇਨਸਾਨਾਂ ਦੇ ਵਿੱਚ ਜਿਹੜੀ ਅਗਿਆਨਤਾ ਆ ਗਈ ਹੈ, ਜਿਹੜੀ ਉਹ ਪਰਤ ਆ ਗਈ ਹੈ ਬਦਲ ਰੂਪੀ,
एक ऐसी हवा चलती है तो हवा परत नूं साइड ते कर देंदी है तो प्रकाश पूर्ण तौर पर पैण लग जाता। एक धरती की गल कर रहे हैं, पर जो ब्रह्मंडे सोई पिंडे, जो खोजै सो पावै। मार्ग ने पता नहीं किन्नियां पृथ्वियां किन्नियां गलैक्सियां इस मनुख के अंदर ने। क्यों? असी परमेश्वर की अंश हाँ, पर खोजना पेगा। जिन्हां ने खोजिया, भगतां ने, गुरु सभाना ने, पीरां फकीरां पैगंबरां ने, ब्रह्म ज्ञानियां संतां साधु महापुरखां ने खोजिया तो उन्होंने दुनिया के लोगों को दसिया कि आ रस्ता नहीं, आ रस्ता सही है, तुसी आ ट्रैक ते चलो तां तुसी अपनी मंजिल नूं पा सकते हो। असी ट्रैक ते उलझे पे हैं। शॉर्टकट के चक्कर में कई बार सानूं बड़ा नुकसान हो जाता ना। जिहड़ा गुरसिੱਖੀ का मार्ग है ना, बड़ा सहज का मार्ग है। साध संगत बड़े सहजे सहजे चलना पैंदा क्योंकि सिੱਖੀ बारीक है। भाई गुरदास ने भी कहा ना, तो गुरु अमरदास मेरे कहने खन्निओ तिखी वालों निक्की, ये मार्ग जाना, ये मार्ग तुहानूं पहचानना पेगा भी किवें चलना है। पर सखाला भी बड़ा है। सिख धर्म दे विच गुरु नानक पातशाह दे आउण दा मनोरथ ही ये सी कि दुनिया नूं पखंड दे विचों, वहमां भरमां विचों कढना। तां ही ते कहा सतगुरु नानक प्रगटिया, मिटी धुंध जग चानण होवा। वो मिटी है, मिटी मिट्टी नहीं जिहड़ी धरती वाली, मिटी पाठ है, मिट गई। क्यों? आप नारायण कला धार जग में परवरिओ। वो आप काल पुरख नूं आना पिया ये धुंध नूं दूर करने वास्ते। फिर परमेश्वर ने अपने भगत जन भेजे जिन्हां विच भगत शेख फरीद जी भी हैं। भगत जी का जीवन बड़ा ही कठिनाइयां भरिया रहा सारी जिंदगी। भगत जी का पिछला जो बैकग्राउंड देखिए तो अफगानी सन, अफगान तो आए। अफगान का बादशाह सीगा फरख्शाह। फरख्शाह के 3 पुत्र सन। छोटा पुत्र सी शेख सैयद। फरख्शाह की जिहड़ी बादशाह सी ना, वो प्रॉपर चल नहीं पा रही सी अफगान दे विच। गजनी दे नाल उहदी सैटिंग नहीं सी हो रही, जिहदे कारण करके अफगान कई शाखावां विच वंडिया गया। हर रोज़ रौला रप्पा रहना। उत्थों दे लोग बड़ी बहादुर कौम है, बड़े अणखी सन। अणख की खातर मर जाना ते अणख की खातर जीवना। पर साधु बिरती होने कारण फरख्शाह का छोटा पुत्र शेख सैयद वो भारत खंड की धरती पर आ गया। पहला मुल्तान आए, कसूर, उस तो बाद पाकपटन में इन्होंने पक्का ठिकाना अपना कर लिया। उत्थे ही मुहम्मद शाह हजरत साहब उन्होंने परिवार रहिंदा सीगा सीना बसीना। उन्होंने एक भाणजा सीगा आलम अली। ते नसीरुद्दीन एक फकीर सीगा जिन्हें एक लड़की नूं गोद लिया सीगा। उहदा नाम सीगा मरियम। वो बेटी का नाम मरियम सी। ते आलम अली मुहम्मद साहब का सक्का भाणजा। वो बेटी जिहड़ी उन्होंने गोद ली सी मरियम, फरख्शाह का पुत्र शेख सैयद, शेख सैयद का वड्डा पुत्र
ਜਲਾਲੁਦੀਨ ਚਿਸ਼ਤੀ। ਉਹਨਾਂ ਦੇ ਨਾਲ ਬੀਬੀ ਮਰੀਅਮ ਦਾ ਵਿਆਹ ਹੋਇਆ। ਵਿਆਹ ਹੋਣ ਤੋਂ ਬਾਅਦ ਕਾਇਨਾਤ ਵਿੱਚ ਖੁਸ਼ੀ ਦੀ ਦੌੜ ਆਉਣੀ ਸੀਗੀ, ਕਿਉਂਕਿ ਪ੍ਰਕਾਸ਼ ਹੋਣਾ ਸੀ ਨਾ, ਕਿਉਂਕਿ ਮੁਸਲਿਮ ਧਰਮ ਦੇ ਵਿੱਚ ਵੀ ਉਸ ਸਮੇਂ ਅੰਧਕਾਰ ਮਚਿਆ ਪਿਆ ਸੀ। ਤੋ ਅੰਧਕਾਰ ਦੂਰ ਕਰਨ ਲਈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, ਸਮੇਂ ਸਮੇਂ ਦੇ ਨਾਲ ਪਰਮੇਸ਼ਰ ਆਪ ਆਇਆ। ਉਹਨੇ ਆਪਣੇ ਸੰਤ ਭਗਤ ਸਾਧੂ ਜਨ ਭੇਜੇ। ਵਿਆਹ ਹੋ ਗਿਆ ਤੇ 1127 12ਵੀਂ ਸਦੀ ਦੇ ਵਿੱਚ ਇੱਕ ਬਹੁਤ ਹੀ ਸੋਹਣੇ ਬੱਚੇ ਨੇ ਜਨਮ ਲਿਆ, ਜਿਹਦਾ ਨਾਂ ਹੈ ਫਰੀਦੁਦੀਨ ਸ਼ੇਖ ਫਰੀਦ ਸ਼ੱਕਰਗੰਜ, ਇਹਨਾਂ ਦਾ ਪੂਰਾ ਨਾਮ ਹੈ। ਤਕਰੀਬਨ ਗੁਰੂ ਨਾਨਕ ਸਾਹਿਬ ਤੋਂ 300-325 ਸਾਲ ਪਹਿਲਾਂ ਭਗਤ ਸ਼ੇਖ ਫਰੀਦ ਦਾ ਜਨਮ ਹੋਇਆ। ਮਹਾਰਾਜ ਦਾ 15ਵੀਂ ਈਸਵੀ ਵਿੱਚ, ਭਗਤ ਜੀ ਦਾ 12ਵੀਂ ਸਦੀ ਦੇ ਵਿੱਚ ਜਨਮ ਹੋਇਆ। ਸੂਫੀ ਮਤ ਕਿਉਂ ਕਹਿੰਦੇ ਸਨ? ਇਹ ਜਿਹੜੇ ਸੂਫੀ ਸਨ, ਇਹ ਸੂਤ ਦਾ ਕੱਤਿਆ ਹੋਇਆ ਕੱਪੜਾ ਪਹਿਨਣਾ ਤੇ ਕਾਲੇ ਰੰਗ ਦੇ ਵਸਤਰ ਪਹਿਨਦੇ ਸੀਗੇ। ਉੱਥੋਂ ਇਹਨਾਂ ਦਾ ਨਾਂ ਸੂਫੀ ਪਿਆ ਤੇ ਸੂਫੀ ਮਤ ਚੱਲ ਪਿਆ, ਜਿਹਦੇ ਵਿੱਚ ਬੜੇ ਹੀ ਉੱਚ ਰੁਤਬੇ ਦੇ ਵਿਦਵਾਨ ਫਕੀਰ ਪੀਰ ਹੋਏ, ਜਿਨ੍ਹਾਂ ਵਿੱਚ ਕੁਝ ਦਾ ਨਾਮ ਮੌਲਾਨਾ ਰੂਮ, ਪੀਰ ਸ਼ਰਮਦ, ਆਲਮ ਸ਼ਾਹ, ਹਜ਼ਰਤ ਤੇ ਸ਼ੇਖ ਫਰੀਦ ਜੀ, ਇਹਨਾਂ ਨੇ ਸੂਫੀ ਮਤ ਨੂੰ ਅੱਗੇ ਚਲਾਇਆ। ਤੇ ਧਰਮ ਦੇ ਵਿੱਚ ਜਿਹੜਾ ਅੰਧਕਾਰ ਮਚਿਆ ਸੀ ਉਹਨੂੰ ਦੂਰ ਕੀਤਾ ਆਪਣੀ ਗੁਰਬਾਣੀ ਦੇ ਨਾਲ, ਆਪਣੀ ਰਸਨਾ ਦੇ ਨਾਲ। ਕਿਵੇਂ? ਪਹਿਲਾਂ ਪ੍ਰੈਕਟੀਕਲੀ ਹੰਢਾਇਆ। ਸਤਿਗੁਰੂ ਅੱਗੇ ਅਰਦਾਸ ਕਰਨਾ ਕਿ ਇਸ ਕੁੱਕਰ ਕੋਲੋਂ ਉਹਨਾਂ ਦੀ ਜਿਹੜੀ ਬਾਣੀ ਹੈ ਉਹ ਆਪ ਸਿਰ ਤੇ ਹੱਥ ਰੱਖ ਕੇ ਕਰਵਾ ਲੈਣ ਕਥਾ। ਕਿਉਂ? ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਜਿਉ ਬੁਲਾਵੈ ਤਿਉ ਨਾਨਕ ਦਾਸ ਬੋਲੈ। ਭਗਤ ਜੀ ਦਾ ਜਨਮ ਹੋ ਗਿਆ ਤੇ ਇੱਕਦਮ ਸੰਸਾਰ ਦੇ ਵਿੱਚ ਖੇੜਾ ਆਇਆ। ਇਸਲਾਮ ਧਰਮ ਵਿੱਚ ਖੁਸ਼ੀ ਦੀ ਦੌੜ ਆਈ ਕਿ ਕੁਝ ਚੰਗਾ ਹੋਇਆ। 4 ਔਰ 5 ਸਾਲ ਦੇ ਜਦੋਂ ਹੋ ਗਏ ਨਾ ਭਗਤ ਜੀ, ਤੇ ਮਾਂ ਨੇ ਸੋਚਿਆ ਹੁਣ ਪੁੱਤਰ ਮੇਰਾ ਸਮਝਣ ਯੋਗ ਹੋ ਗਿਆ ਥੋੜਾ, ਇਹਨੂੰ ਅੱਲਾ ਦੀ ਬੰਦਗੀ ਵੱਲ ਲਾਇਆ ਜਾਵੇ। ਕਿੱਦਾਂ ਲਾਇਆ ਜਾਵੇ? ਛੋਟਾ, ਕਿਉਂਕਿ ਉਸ ਸਮੇਂ 7 ਔਰ 8 ਸਾਲ ਦਾ ਜਦੋਂ ਬੱਚਾ ਹੋ ਜਾਂਦਾ ਸੀ, ਉਸ ਸਮੇਂ ਉਹਨਾਂ ਨੂੰ ਪਾਠਸ਼ਾਲਾ ਵਿੱਚ ਭੇਜਿਆ ਜਾਂਦਾ ਸੀ। ਉਸ ਤੋਂ ਪਹਿਲਾਂ ਉਹਦਾ ਫਸਟ ਟੀਚਰ ਜਿਹੜਾ ਸੀਗਾ ਉਹਦੀ ਮਾਂ ਔਰ ਪਿਓ ਹੁੰਦੇ ਸਨ। ਹੁਣ ਵੀ ਇੱਦਾਂ ਹੈ, ਪਰ ਮਾਫ਼ ਕਰਨਾ ਕਿ ਹੁਣ ਮਾਵਾਂ ਨੇ ਕੁਝ ਹੋਰ ਕਰਨਾ ਸ਼ੁਰੂ ਕਰਤਾ। ਬੱਚਿਆਂ ਨੂੰ ਫੋਨ ਦੇ ਦੇਣੇ ਸਾਡੀ ਸਾਰਿਆਂ ਦੀ ਤਰਾਸਦੀ ਹੈ ਸਭ ਤੋਂ ਵੱਡੀ। ਜਿਹੜਾ ਟਾਈਮ ਉਹਨਾਂ ਨੂੰ 4 ਔਰ 5 ਔਰ 6 ਸਾਲ ਦੀ ਉਮਰ 'ਚ ਮਾਲਾ ਦੇ ਕੇ ਬਿਠਾਉਣ ਦਾ ਕਿ ਕਹਿ ਵਾਹਿਗੁਰੂ 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 ਕਹਿਣਾ, ਉੱਥੇ ਬੱਚੇ ਸਾਡੇ ਗਾਣੇ ਗਾ ਰਹੇ ਨੇ। ਉੱਥੇ ਸਾਡੇ ਬੱਚੇ ਦਿਨ ਰਾਤ ਮੋਬਾਈਲ ਚਲਾ ਰਹੇ ਨੇ। ਇਹ ਸਾਡਾ ਫਰਜ਼ ਬਣਦਾ ਸਾਧ ਸੰਗਤ ਮਾਪਿਆਂ ਦਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਲੈ ਕੇ ਆਇਆ ਜਾਏ। ਸਮਾਜਿਕ ਪ੍ਰਕਿਰਿਆ ਉਹਨਾਂ ਨੇ ਕਰ ਲੈਣੀ ਹੈ, ਮੁੜ ਕੇ ਇੱਧਰੋਂ ਜੇ ਤੁਸੀਂ ਇੱਕ ਵਾਰ ਉਹਨਾਂ ਨੂੰ ਅਨਟੱਚ ਕਰਤਾ ਕਦੇ ਟੱਚ ਨਹੀਂ ਹੋਣਗੇ। ਅਸੀਂ ਤਾਂ ਬੈਠੇ ਵੀ ਉਹ ਦੇਸ਼ਾਂ ਵਿੱਚ ਹਾਂ ਜਿੱਥੇ ਪਹਿਲਾਂ ਹੀ ਬੜੀ ਕਮੀ ਹੈ। ਅਮਰੀਕਾ ਦੇ ਵਿੱਚ ਕੱਲ੍ਹ ਵੀ ਸਿੰਘਾਂ ਨਾਲ ਗੱਲ ਹੋ ਰਹੀ ਸੀ। ਸਾਡੀ ਫਸਟ ਜਨਰੇਸ਼ਨ ਜਿਹੜੀ ਹੈ, ਸਾਡੇ ਜਿਹੜੇ ਬੱਚੇ ਹੁਣ ਪੈਦਾ ਹੋਏ ਨੇ, ਇਹ ਫਸਟ ਮੰਨੋ ਇਹਨਾਂ ਨੂੰ ਇੱਥੇ, ਤੇ ਸਾਡੀ ਫਸਟ ਹੀ ਖਤਮ ਹੋਣ ਨੂੰ ਫਿਰਦੀ ਹੈ। ਮਾਫ਼ ਕਰਨਾ, ਸਾਡੇ ਬੱਚਿਆਂ ਨੂੰ ਫਤਿਹ ਦਾ ਨਹੀਂ ਪਤਾ, ਸਾਡੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਦਾ ਨਹੀਂ ਪਤਾ, ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਗੁਰਦੁਆਰਾ ਸਾਹਿਬ ਮੱਥਾ ਕਿਵੇਂ ਟੇਕਣਾ, ਸਾਡੇ ਬੱਚਿਆਂ ਨੂੰ ਸੇਵਾ ਦਾ ਨਹੀਂ ਪਤਾ। ਬੱਚਿਆਂ ਨੂੰ ਕੀ ਭਾਂਡਾ ਕਹਿ ਦਈਏ ਰੱਖ ਦਿਓ, ਤੇ ਬੱਚੇ ਕਹਿੰਦੇ ਨਾ ਮੇਰਾ ਥੋੜ੍ਹੀ ਹੈ। ਭਾਈ ਇਹ ਕੌਣ ਸਿਖਾਏਗਾ ਉਹਨਾਂ ਨੂੰ ਇਹ ਗੱਲਾਂ? ਇਹ ਪਹਿਲਾ ਫਰਜ਼ ਮਾਪਿਆਂ ਦਾ ਬਣਦਾ। ਮਾਫ਼ ਕਰਨਾ, ਬਾਅਦ 'ਚ ਫਿਰ ਅਸੀਂ ਘਸੁੰਨ ਲੈ ਕੇ ਅੱਖਾਂ ਵਿੱਚ ਰੋਂਦੀਆਂ ਨੇ ਮਾਵਾਂ ਕਿ ਸਾਡੇ ਬੱਚੇ ਹੁਣ ਕਹਿਣਾ ਨਹੀਂ ਮੰਨਦੇ।
ਕਿਵੇਂ ਮੰਨਣਗੇ ਭਾਈ? ਉਹਨਾਂ ਨੂੰ ਅਧਿਆਤਮਕ ਦੀ ਚਿਣਕ ਹੀ ਨਹੀਂ ਲਾਈ ਤੁਸੀਂ। ਉਹਨਾਂ ਨੂੰ ਦੱਸਿਆ ਹੀ ਨਹੀਂ ਕਿ ਨਿਮਰਤਾ ਕੀ ਹੈ, ਸੇਵਾ ਕੀ ਹੈ, ਸਾਧਨਾ ਕੀ ਹੈ, ਭਜਨ ਬੰਦਗੀ ਕੀ ਹੈ। ਸਾਧ ਸੰਗਤ ਜੀ, ਨਿੱਕੀਆਂ ਟਾਹਣੀਆਂ ਨੇ, ਜਿੱਧਰ ਨੂੰ ਮੋੜ ਦੋਗੇ ਉੱਧਰ ਨੂੰ ਮੁੜ ਜਾਣਗੀਆਂ। ਸਮਾਂ ਜੇ ਇੱਕ ਵਾਰੀ ਟਾਹਣ ਬਣ ਗਿਆ ਫਿਰ ਟਾਹਣ ਮੋੜੇ ਨਹੀਂ ਜਾਂਦੇ, ਉਹ ਵੱਢੇ ਜਾਂਦੇ ਨੇ। ਅਤੇ ਵੱਢਿਆ ਫਿਰ ਸਾਡਾ ਦਿਲ ਦੁਖਦਾ ਨਾ, ਜੀ ਦਰਖਤ ਪਾਲਿਆ ਹੋਵੇ ਫਿਰ ਅਸੀਂ ਵੱਢ ਵੀ ਨਹੀਂ ਸਕਦੇ, ਪਰ ਨੁਕਸਾਨ ਹੀ ਦਿੰਦਾ ਕਈ ਵਾਰ। ਸੋ ਕਹਿਣ ਤੋਂ ਭਾਵ ਕਿ ਮਾਤਾ ਨੇ ਇਹ ਵਿਚਾਰ ਕੀਤੀ ਕਿ ਭਗਤ ਜੀ ਨੂੰ, ਬੱਚੇ ਨੂੰ ਇੱਕ ਪਰਮੇਸ਼ਰ ਵਾਲੇ ਪਾਸੇ ਕਿੱਦਾਂ ਲਾਇਆ ਜਾਏ। ਬੱਚਿਆਂ ਨੂੰ ਆਪਾਂ ਲਾਲਚ ਦਿੰਦੇ ਹਾਂ, ਅੱਜ ਵੀ ਦਿੰਦੇ ਹਾਂ ਨਾ, ਬੱਚੇ ਨੂੰ ਲਾਲਚ ਦੇ ਦਿਓ ਤਾਂ ਕੁਝ ਨਾ ਕੁਝ ਕੰਮ ਕਰ ਜਾਂਦੇ। ਤੇ ਮਾਤਾ ਕਹਿੰਦੀ, ਫਰੀਦ ਤੂੰ ਅੱਲਾ ਦੀ ਬੰਦਗੀ ਕਰਿਆ ਕਰ। ਅੱਲਾ ਦੀ ਬੰਦਗੀ ਕਰਿਆ ਕੀ ਮਿਲਦਾ ਪੁੱਤਰ? ਅੱਲਾ ਦੀ ਬੰਦਗੀ ਕੀਤਿਆਂ ਅੱਲਾ ਸ਼ੱਕਰ ਦਿੰਦਾ। ਭਗਤ ਜੀ ਖਜੂਰਾਂ ਦੀ ਖੰਡ ਜਿਹੜੀ ਹੁੰਦੀ ਸੀ ਨਾ ਉਸ ਸਮੇਂ ਬਣਦੀ, ਉਹਦੇ ਬੜੇ ਸ਼ੌਕੀਨ ਸਨ, ਬੱਚੇ ਸਨ। ਹਰੇਕ ਬੱਚੇ ਦਾ ਆਪਣਾ ਆਪਣਾ ਸੁਭਾਅ ਹੁੰਦਾ, ਟੇਸਟ ਹੁੰਦਾ, ਉਹ ਚੀਜ਼ ਨੂੰ ਲਾਈਕ ਕਰਦੇ। ਪੱਕਾ? ਹਾਂ ਪੁੱਤਰ ਪੱਕਾ। ਕਿਵੇਂ ਕਰਨਾ? ਦੱਸਿਆ। ਸਫਾ ਵਿਛਾ ਕੇ ਚਾਦਰ ਤੇ ਬਿਠਾ ਦੇਣਾ, ਚੌਂਕੜਾ ਮਰਾਣਾ, ਕਹਿਣਾ ਇੱਦਾਂ ਨਮਾਜ਼ ਪੜ੍ਹ, ਕਹਿ ਅੱਲਾ ਅੱਲਾ। ਕਿੰਨੀ ਵਾਰ ਕਹਿਣਾ? ਕਹਿੰਦੀ ਜਿੰਨੀ ਵਾਰ ਤੈਨੂੰ ਮੈਂ ਰੋਕਦੀ ਨਹੀਂ, ਤੂੰ ਕਹਿੰਦੇ ਰਹਿਣਾ, ਪਰ ਇੱਕ ਸ਼ਰਤ ਹੈ, ਤੂੰ ਅੱਖਾਂ ਬੰਦ ਕਰਕੇ ਰੱਖਣੀਆਂ ਨੇ। ਉਹ ਕਿਉਂਕਿ ਜੇ ਤੂੰ ਅੱਖਾਂ ਖੋਲ੍ਹਦੀਆਂ ਤੇ ਪਰਮੇਸ਼ਰ ਸਾਹਮਣੇ ਆ ਕੇ ਸ਼ੱਕਰ ਨਹੀਂ ਦਿੰਦਾ। ਮਾਤਾ ਨੇ ਤਾਂ ਇੱਕ ਟ੍ਰਿਕ ਲਾਇਆ ਸੀ ਨਾ ਕਿ ਜੁੜ ਜਾਵੇ। ਤੇ ਭਗਤ ਜੀ ਨੇ ਅੱਲਾ ਅੱਲਾ ਅੱਲਾਹੁ ਅਕਬਰ ਕਹਿੰਦੇ ਰਹੇ ਕਹਿੰਦਿਆਂ ਜਦੋਂ ਪੌਣਾ ਕੁ ਘੰਟਾ ਲੰਘ ਗਿਆ ਨਾ, ਤੇ ਮਾਂ ਨੇ ਥੋੜ੍ਹੀ ਜਿਹੀ ਸ਼ੱਕਰ ਪਾ ਕੇ ਕੋਲੀ 'ਚ ਤੇ ਚਿੱਟੀ ਚਾਦਰ ਦੇ ਥੱਲੇ ਰੱਖ ਦਿੱਤੀ। ਉਹ ਚਾਦਰ ਦੇ ਥੱਲੇ ਰੱਖੀ ਤਾਂ ਮਾਂ, ਅੱਖਾਂ ਖੋਲ ਪੁੱਤਰ। ਅੱਖਾਂ ਖੋਲੀਆਂ, ਕਹਿੰਦੇ ਮਾਂ ਅੱਗੇ ਤੇ ਕੋਈ ਸ਼ੱਕਰ ਨਹੀਂ, ਕੁਛ ਵੀ ਨਹੀਂ ਆਇਆ। ਕਹਿੰਦੀ ਪੁੱਤਰ ਪਰਮੇਸ਼ਰ ਸਾਹਮਣੇ ਨਹੀਂ ਚੀਜ਼ ਦੇ ਕੇ ਜਾਂਦਾ, ਇੱਥੇ ਲੱਭ, ਇੱਥੇ ਹੋਏਗੀ। ਜਿਹੜੀ ਚਾਦਰ ਚੁੱਕੀ ਤੇ ਥੱਲੇ ਸ਼ੱਕਰ ਪਈ। ਭਗਤ ਜੀ ਨੇ ਖਾਧੀ ਤੇ ਬੜੇ ਖੁਸ਼ ਹੋਏ। ਤੂੰ ਲਾਲਚ ਦੇ ਵਿੱਚ ਕੱਲ੍ਹ ਨੂੰ ਕਹਿੰਦੇ ਫਿਰ ਮੈਂ ਕਰਾਂਗਾ, ਮੈਨੂੰ ਸ਼ੱਕਰ ਮਿਲੇਗੀ? ਕਹਿੰਦੀ ਹਾਂ ਮਿਲੇਗੀ। ਅਗਲੇ ਦਿਨ ਫਿਰ ਭਗਤ ਜੀ ਅੱਲਾ ਅੱਲਾ ਦੀ ਬੰਦਗੀ ਕਰਦੇ ਆ। ਇੱਥੇ ਹੁਣ ਇਹ ਨਾ ਸਮਝ ਲੈਣਾ ਕਿ ਭਗਤ ਜੀ ਅੱਲਾ ਅੱਲਾ ਕਰ ਰਹੇ ਨੇ, ਵਾਹਿਗੁਰੂ ਕਿਉਂ ਨਹੀਂ ਕਰ ਰਹੇ, ਰਾਮ ਕਿਉਂ ਨਹੀਂ ਕਰ ਰਹੇ, ਕਿਉਂਕਿ ਉਹ ਸੂਫੀ ਮਤ, ਉਹ ਮੁਸਲਿਮ ਧਰਮ ਦੇ ਵਿੱਚ ਜੰਮੇ ਨੇ। ਚਾਹੇ ਅੱਲਾ ਕੋ ਚਾਹੇ ਰਾਮ ਕੋ, ਕੋਈ ਬੋਲਿਆ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾ ਹੈ, ਰਸਤਾ ਇੱਕ ਹੈ। ਨਾਮ ਵੱਖਰੇ ਹੋ ਸਕਦੇ ਨੇ ਪਰਮੇਸ਼ਰ ਦੇ। ਸ਼ੇਸ਼ ਨਾਗ ਤੇਰੋ ਮਰਮ ਨਾ ਜਾਨਾ, ਕਮਲਾ ਪਤ ਕਮਲਾ ਨਹੀਂ ਜਾਨਾ। ਸ਼ੇਖ ਨਾਗ ਜਿਹੜਾ ਨਾਮ ਨੇ ਅੱਜ ਲੈ ਲਿਆ, ਕਹਿਤਾ ਰਾਮ, ਸਾਰੀ ਜ਼ਿੰਦਗੀ ਉਹ ਰਾਮ ਨਹੀਂ ਕਹੇਗਾ। ਜੇ ਵਾਹਿਗੁਰੂ ਕਹਿਤਾ ਫਿਰ ਵਾਹਿਗੁਰੂ ਨਹੀਂ ਕਹਿਣਾ। ਹਰ ਰੋਜ਼ ਨਵਾਂ ਨਾਮ ਪਰਮੇਸ਼ਰ ਦਾ ਲੈਂਦਾ, ਪਰ ਫਿਰ ਵੀ ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਿਆ, ਹਜੇ ਵੀ ਲੱਗਾ। ਇਹ ਇਕੱਲੀ ਇੱਕ ਪ੍ਰਿਥਵੀ ਥੋੜ੍ਹੀ ਹੈ, ਇਹਦੇ 'ਚ ਪਤਾ ਨਹੀਂ ਕਿੰਨੀਆਂ ਕੁ ਗਲੈਕਸੀਆਂ, ਕਿੰਨਾ ਕੁ ਬ੍ਰਹਮੰਡ ਹੈ। ਅਸੀਂ ਤੇ ਇੱਕ ਕਿਣਕਾ ਮਾਤਰ ਵੀ ਨਹੀਂ ਹੈਗੇ ਇਹਦੇ ਵਿੱਚ, ਤੁੱਛ ਜਿਹੇ ਹਾਂ। ਸਾਡੀ ਕੋਈ ਹਸਤੀ ਨਹੀਂ ਹੈਗੀ, ਪਰ ਹਸਤੀ ਪਰਮੇਸ਼ਰ ਬਣਾ ਸਕਦਾ ਹੈ ਜੇ ਉਹਦੇ ਨਾਮ ਦੇ ਨਾਲ ਜੁੜ ਜਾਈਏ। ਸਾਵਧਾਨ, ਇਕਾਗਰ ਚੀਤ, ਸਾਡਾ ਧਿਆਨ ਬਿਲਕੁਲ ਪਰਮੇਸ਼ਰ ਦੇ ਚਰਨਾਂ ਵਿੱਚ ਹੋਣਾ ਚਾਹੀਦਾ। ਜਦੋਂ ਅਸੀਂ ਗੁਰੂ ਘਰ ਦੇ ਵਿੱਚ ਬੈਠੇ ਹੋਈਏ, ਇੱਕ ਰਸ ਇੱਕ ਹੋਣਾ ਚਾਹੀਦਾ। ਸੋ ਰਹੋ ਵਿਚਾਰ, ਸਮਾਂ ਹੋ ਗਿਆ ਸਾਧ ਸੰਗਤ ਜੀਓ। ਬਾਕੀ ਵਿਚਾਰ ਆਪਾਂ ਹੁਣ ਲੜੀ ਬੰਨ੍ਹ ਦਿੱਤੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ, ਉਹ ਅਗਲੇ ਐਤਵਾਰ ਆਪਾਂ ਕਰਾਂਗੇ। ਸੰਗਤ ਨੂੰ ਬੇਨਤੀ ਹੈ ਕਿ 11 ਵਜੇ ਕਥਾ ਸ਼ੁਰੂ ਹੁੰਦੀ ਹੈ, 11:25 ਤੱਕ। ਆਪ ਜੀ ਕੋਸ਼ਿਸ਼ ਕਰਿਆ ਕਰੋ। ਉਸ ਤੋਂ ਪਹਿਲਾਂ ਸਿਮਰਨ ਵੀ ਹੁੰਦਾ ਹੈ 10:30 ਤੋਂ 11। ਉਸ ਸੁਹਾਗੇ ਵਾਲਾ ਕੰਮ ਹੋ ਜਾਂਦਾ, ਨਾਲੇ ਫੁੱਲ ਤੇ ਨਾਲੇ ਫਲੀਆਂ। ਜੇ ਤੁਸੀਂ ਅੱਧਾ ਘੰਟਾ ਹੋਰ ਪਹਿਲਾਂ ਆ ਜਾਓ ਤੇ ਨਾਲੇ ਪਹਿਲਾਂ ਸਿਮਰਨ ਕਰੋਗੇ ਤੇ ਸਾਡਾ ਮਨ ਇੱਕਦਮ ਸ਼ਾਂਤ ਹੋਇਆ ਹੋਏਗਾ ਉਸ ਸਮੇਂ, ਤੇ ਫਿਰ ਕਥਾ ਸੁਣੋਗੇ ਨਾ ਤੇ ਫਿਰ ਡੰਗਾਈ ਚ ਅੰਦਰ ਜਾਏਗੀ, ਫਿਰ ਰਸ ਆਏਗਾ ਕਥਾ ਦਾ, ਸਾਡਾ ਮਨ ਟਿਕ ਜਾਏਗਾ। ਤੇ ਸਤਿਗੁਰੂ ਟਿਕਾਉਣ ਵਾਲੇ ਨੇ ਕੋਸ਼ਿਸ਼ ਕਰਿਆ ਕਰੋ ਹਫ਼ਤੇ 'ਚ ਇੱਕ ਦਿਨ ਆਪਾਂ ਆਉਣ ਦਾ। ਸਾਧ ਸੰਗਤ ਜੀ 10:30 ਵਜੇ ਆ ਜਾਇਆ ਕਰੋ, ਪਹਿਲਾਂ ਸਿਮਰਨ ਕਰੋ, ਨਾਲ ਹੀ ਕਥਾ, ਫਿਰ ਨਾਲ ਹੀ ਕੀਰਤਨ। ਵੇਖੋ ਸ਼ਹਿਬਰਾਂ ਲੱਗੀਆਂ ਪਈਆਂ ਨੇ, ਇਹ ਸਮਾਂ ਵਾਰ-ਵਾਰ ਨਹੀਂ ਮਿਲਦਾ, ਤੇ ਸਮੇਂ ਨੂੰ ਆਪਾਂ ਅਜਾਈ ਨਾ ਗਵਾਈਏ, ਕਿਉਂਕਿ ਜਿਹੜਾ ਮਨੁੱਖਾ ਜਨਮ ਹੈ ਨਾ ਬੜਾ ਔਖਾ ਮਿਲਿਆ। ਬੜੀ ਦੂਰ ਦੂਰ ਜਾ ਕੇ ਆਏ ਹਾਂ, ਬੜਾ ਲੰਮਾ ਪਿੰਡਾ ਪਾ ਕੇ ਆਏ ਹਾਂ,
ਤੇ ਹੁਣ ਸਾਡੀ ਉਮਰ ਅੱਧੀਆਂ ਤੋਂ ਜਿਹੜੀਆਂ ਲੰਘ ਗਈਆਂ ਨੇ, ਜਿਹੜੇ 50 ਟੱਪ ਗਏ ਨੇ ਉਹ ਤਾਂ ਸਮਝੋ ਬੋਨਸ ਹੀ ਅੱਜ ਦੇ ਸਮੇਂ ਵਿੱਚ। 60 70 80 ਬਸ 90 ਤੇ ਕੋਈ ਉਹ ਪਹੁੰਚਦਾ ਸਾਧ ਸੰਗਤ ਜੀ, ਕਿਉਂਕਿ ਇੱਕ ਦਿਨ ਜਾਣਾ ਹੈ। ਅੱਗੇ ਸ਼ਲੋਕ ਸ਼ੁਰੂ ਹੋਣੇ ਨੇ ਭਗਤ ਜੀ ਦੇ, ਪਹਿਲੇ ਸ਼ਲੋਕ ਵਿੱਚ ਹੀ ਗੱਲ ਮਰਨ ਤੇ ਜੀਵਨ ਦੀ ਆਣੀ ਹੈ। ਸੋ ਰਹੋ ਵਿਚਾਰ, ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਜਾਣ ਜਾਂ ਬੱਚਾ ਸਮਝ ਕੇ ਮਾਫ ਕਰਨਾ। ਅਰਦਾਸ ਕਰਨੀ ਕਿ ਮਹਾਰਾਜ ਇਸੇ ਪ੍ਰਕਾਰ ਇਸ ਕੁੱਕਰ ਤੋਂ ਸੇਵਾ ਲੈਂਦੇ ਰਹਿਣ। ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।